ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਰੰਧਾਵਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਬਹੁਤ ਧੰਨਵਾਦ ਮਨਪ੍ਰੀਤ ਜੀ। ਅੱਜ ਵਿਸ਼ੇ ਮਨਪ੍ਰੀਤ ਜੀ 3-4 ਨੇ, ਬੜੇ ਗੰਭੀਰ ਵਿਸ਼ੇ ਨੇ। ਇੱਕ, ਖੁਸ਼ਖਬਰੀ ਦਾ ਐਲਾਨ ਕਰਤਾ ਭਗਵੰਤ ਮਾਨ ਨੇ, ਡੇਟ ਦੇਤੀ, ਕਹਿੰਦੇ 16 ਤਰੀਕ ਨੂੰ ਵੱਡੀ ਖੁਸ਼ਖਬਰੀ ਦੇਵਾਂਗੇ। ਇਹ ਵੱਡਾ ਐਲਾਨ ਅਖਬਾਰਾਂ ਸੁਰਖੀਆਂ 'ਚ, ਟੀਵੀਆਂ 'ਚ ਵੀ ਐਂ ਸੁਰਖੀ ਚੱਲ ਰਹੀ ਹੈ, ਵੱਡਾ ਐਲਾਨ। ਦੂਸਰਾ, ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ। ਸੁਖਬੀਰ ਬਾਦਲ ਨੇ ਭਗਵੰਤ ਮਾਨ ਸਾਹਿਬ ਤੇ ਉਹ ਇਲਜ਼ਾਮ ਲਾਤਾ, ਸਿਆਸੀ ਕਾਨਫਰੰਸ ਦੇ ਦੌਰਾਨ ਟੈਲੀਵਿਜ਼ਨ ਚੈਨਲਾਂ ਤੇ ਲਾਈਵ ਚੱਲ ਰਹੇ ਸੀ ਸੁਖਬੀਰ ਬਾਦਲ, ਤੇ ਮੈਂ ਕੁਰਸੀ ਤੇ ਬੈਠਾ ਖੜਾ ਹੋ ਗਿਆ ਸੁਣ ਕੇ। ਰੰਧਾਵਾ ਜੀ, ਉਸ ਇਲਜ਼ਾਮ ਦਾ ਆਧਾਰ ਕੀ ਹੈ? ਇਹ ਬਹੁਤ ਮਹੱਤਵਪੂਰਨ ਹੈ। ਸਾਡੀ ਜਿਹੜੀ ਸਿਆਸਤ ਹੈ, ਕਿ ਉਹ ਸਿਰਫ ਇਲਜ਼ਾਮਾਂ ਦੀ ਸਿਆਸਤ ਹੈ ਜਾਂ ਇਲਜ਼ਾਮਾਂ ਦੇ ਪਿੱਛੇ ਕੋਈ ਸਬੂਤ ਵੀ ਹੁੰਦੇ ਨੇ? ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਹੈ। ਸੁਖਬੀਰ ਬਾਦਲ ਉਹਨਾਂ ਨੇ SGPC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਦਾ ਹਵਾਲਾ ਦੇ ਕੇ ਇਲਜ਼ਾਮ ਲਾਇਆ। ਰੰਧਾਵਾ ਜੀ, ਇੱਕ ਗੱਲ ਕੇ ਗੱਲ ਸ਼ੁਰੂ ਕਰਾਂਗੇ। ਭਗਵੰਤ ਮਾਨ ਦਾ 16 ਤਰੀਕ ਦਾ ਵੱਡਾ ਐਲਾਨ ਹੈ, ਵੱਡੀ ਖੁਸ਼ਖਬਰੀ ਦਾ। 2-3 ਦਿਨ ਪਹਿਲਾਂ ਵੀ ਉਹਨਾਂ ਨੇ ਗੱਲ ਕੀਤੀ ਸੀ ਕਿ ਖੁਸ਼ਖਬਰੀ ਦੇਵਾਂਗੇ, ਤੇ ਹੁਣ 16 ਤਰੀਕ ਤੱਕ ਅਸੀਂ ਫੇਰ ਲਟਕ ਗਏ ਵੀ ਕਿਹੜੀ ਵੱਡੀ ਖੁਸ਼ਖਬਰੀ ਆਉਣੀ ਹੈ। ਖੁਸ਼ਖਬਰੀ ਹੋ ਕੀ ਸਕਦੀ ਹੈ? ਜੇ ਕੋਈ ਸੰਕੇਤ ਤੁਸੀਂ ਸੁੰਘ ਸਕੋ ਜੀ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਦੇਖੋ, 16 ਅਪ੍ਰੈਲ ਨੂੰ ਇਸ ਸਰਕਾਰ ਨੂੰ ਬਣੇ ਹੋਏ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਸਹੁੰ ਚੁੱਕੀ ਸੀ, ਉਹਨੂੰ ਪੂਰਾ 1 ਮਹੀਨਾ ਹੋ ਜਾਣਾ। ਸੋ ਬੜੇ ਕੇਅਰਫੁਲੀ, ਬੜੇ ਧਿਆਨ ਦੇ ਨਾਲ ਉਹਨਾਂ ਨੇ ਇਹ ਤਾਰੀਖ ਚੁਣੀ ਹੈ, ਤਾਂ ਕਿ ਪੂਰੇ 1 ਮਹੀਨੇ ਬਾਅਦ ਉਹ ਕੋਈ ਪੰਜਾਬ ਨੂੰ ਵੱਡੀ ਖੁਸ਼ਖਬਰੀ ਦੇਣ। ਪਰ ਮੈਨੂੰ ਜੋ ਲੱਗ ਰਿਹਾ, ਜੋ ਕਿਆਸ ਰਾਈਆਂ ਨੇ, ਹੋਰ ਵੀ ਕੋਈ ਵੱਡੀ ਖੁਸ਼ਖਬਰੀ ਹੋ ਸਕਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਬਿਊਰੋਕ੍ਰੇਸੀ ਦੇ ਨਾਲ, ਪੰਜਾਬ ਦੇ ਸੀਨੀਅਰ ਅਫਸਰਾਂ ਨਾਲ ਬੈਠਕਾਂ ਕੀਤੀਆਂ। ਇਹ ਲੱਗ ਰਿਹਾ ਸੀ ਉੱਥੇ ਸਾਡੇ ਪਾਵਰ ਸੈਕਟਰੀ ਵੀ ਸੀ ਪੰਜਾਬ ਦੇ, ਤੇ ਨਾਲ ਹੀ ਜਿਹੜੇ PSPCL ਦੇ ਚੇਅਰਮੈਨ ਨੇ ਉਹ ਵੀ ਉੱਥੇ ਮੌਜੂਦ ਸੀ। ਗੱਲ ਇਹ ਲੱਗ ਰਹੀ ਸੀ ਕਿ ਸ਼ਾਇਦ ਬਿਜਲੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ, ਗਾਰੰਟੀ ਉਹਨਾਂ ਨੇ ਕਹੀ ਸੀ ਕਿ 300 ਯੂਨਿਟ ਅਸੀਂ ਮੁਫਤ ਦੇਵਾਂਗੇ ਪੰਜਾਬ ਦੇ ਵਾਸੀਆਂ ਨੂੰ, ਸ਼ਾਇਦ ਕੋਈ ਉਸ ਨਾਲ ਸੰਬੰਧਿਤ ਜਿਹੜਾ ਉਹ ਕੋਈ ਡਿਸੀਜਨ ਜਾਂ ਫੈਸਲਾ ਜਾਂ ਐਲਾਨ ਹੋ ਸਕਦਾ। ਪਿਛਲੇ ਦਿਨਾਂ ਤੇ ਹਾਲਾਂਕਿ ਕੈਬਨਿਟ ਦੀ ਮੀਟਿੰਗ ਵੀ ਹੋਈ ਸੀ, ਉਦੋਂ ਵੀ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ, ਪਰ ਉਸ ਤੋਂ ਬਾਅਦ ਇਹ ਡਿਸੀਜਨ ਨਹੀਂ ਹੋਇਆ, ਬਲਕਿ RDF ਦਾ ਜਿਹੜਾ ਆਰਡੀਨੈਂਸ ਲੈ ਕੇ ਆਉਣਾ ਸੀ, ਉਸ ਪਾਸੇ ਨੂੰ ਉਹ ਫੈਸਲਾ ਚਲਾ ਗਿਆ ਸੀ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਉਸ ਦੇ ਨਾਲ ਸੰਬੰਧਿਤ ਲੱਗਦੀ ਹੈ। ਬਾਕੀ ਦੇਖਦੇ ਹਾਂ 16 ਤਰੀਕ ਨੂੰ ਕਿਸ ਤਰ੍ਹਾਂ ਦਾ ਐਲਾਨ ਹੁੰਦਾ, ਲੇਕਿਨ ਮੈਨੂੰ ਲੱਗਦਾ ਜ਼ਿਆਦਾਤਰ ਜਿਹੜੀ ਲੋਕਾਂ ਨੂੰ ਇੱਕ ਰਾਹਤ ਵੀ ਮਿਲੂਗੀ, ਇੱਕ ਖੁਸ਼ੀ ਵੀ ਮਿਲੂਗੀ। ਪਰ ਨਾਲ ਦੀ ਨਾਲ ਇਹ ਵੀ ਮੈਂ ਕਹਿੰਦਾ, ਜੇ ਇਸ ਤਰ੍ਹਾਂ ਦਾ ਵੀ ਐਲਾਨ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਆਪਣੇ ਕੋਇਲੇ ਦਾ ਵੀ ਪ੍ਰਬੰਧ ਕਰਨ ਦੀ ਲੋੜ ਹੈ। ਰਿਜ਼ਰਵਸ ਜਿਹੜੇ ਆ ਉਹ ਬਹੁਤ ਘਟ ਰਹੇ ਆ, ਇਸ ਤੇ ਵੀ ਕਿਸ ਦਿਨ ਆਪਾਂ ਜ਼ਰੂਰ ਗੱਲ ਕਰਾਂਗੇ। ਲੇਕਿਨ ਐਲਾਨ ਜਿਹੜਾ ਮੈਨੂੰ ਲੱਗਦਾ ਉਹ ਬਿਜਲੀ ਦੇ ਨਾਲ ਸੰਬੰਧਿਤ ਹੀ ਲੱਗਦਾ। ਜੀ ਡੱਲਾ ਜੀ, ਬਿਜਲੀ ਨਾਲ ਵੀ ਹੋ ਸਕਦਾ। ਉਹਨਾਂ ਨੇ ਨੌਕਰੀਆਂ ਦਾ ਵੀ ਕਿਹਾ ਸੀ ਵੀ ਮੈਂ 25,000 ਨੌਕਰੀਆਂ, ਹਾਲਾਂਕਿ ਸ਼ੁਰੂਆਤ ਹੋ ਗਈ ਕੱਲ, ਕਹਿੰਦੇ 150 ਅਸਾਮੀਆਂ ਕੱਢੀਆਂ ਨੇ। ਕੱਲ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ ਸੀ, 150 ਅਸਾਮੀਆਂ। ਚਲੋ ਉਹ ਵੀ ਚੰਗੀ ਗੱਲ ਹੈ, ਪਰ 16 ਤਰੀਕ ਦਾ ਹੁਣ ਇੰਤਜ਼ਾਰ ਰਹੂਗਾ। ਪਰ ਹੁਣ ਮੈਂ ਸੁਖਬੀਰ ਬਾਦਲ ਦੇ ਇਲਜ਼ਾਮ ਤੇ ਜਾਣਾ, ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੀਆਂ 145 ਅਸਾਮੀਆਂ ਉਹਨਾਂ ਨੇ ਕੱਲ ਕੱਢੀਆਂ ਸੀ ਜਦੋਂ ਕੈਬਨਿਟ ਤੋਂ ਬਾਅਦ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜੀ, ਸੋ 25,000 ਮੈਨੂੰ ਲੱਗਦਾ 145 ਤੁਸੀਂ ਕਿਹਾ, ਸੋ 25,000 ਚੋਂ ਇੱਕ ਘਟਾ ਲਈਏ। ਸੋ ਸਕਸੈਸ ਰੇਟ ਵੱਧ ਰਿਹਾ ਭਗਵੰਤ ਮਾਨ ਜੀ ਦਾ। ਪਰ ਮੈਂ ਇਹ ਦੇਖ ਰਿਹਾ ਮਨਪ੍ਰੀਤ ਰੰਧਾਵਾ ਜੀ ਕਿ ਸੁਖਬੀਰ ਬਾਦਲ ਨੇ ਅੱਜ ਬਹੁਤ ਵੱਡੇ ਇਲਜ਼ਾਮ ਲਾਤੇ। ਮੈਂ ਜਗ੍ਹਾ ਤੇ ਥਾਂ ਦਾ ਜ਼ਿਕਰ ਨਹੀਂ ਕਰੂੰਗਾ, ਬਹੁਤ ਵੱਡਾ ਦਿਨ ਹੈ ਸਾਡੇ ਪੰਜਾਬ ਲਈ ਅੱਜ ਦਾ। ਪਰ ਸੁਖਬੀਰ ਬਾਦਲ ਨੇ ਜਿਹੜੇ ਇਲਜ਼ਾਮ ਲਾਏ, ਭਗਵੰਤ ਮਾਨ ਨੇ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਸਹੁੰ ਖਾਧੀ ਸੀ ਆਪਣੇ ਮਾਤਾ ਜੀ ਦੀ। ਸੋ ਮੈਨੂੰ ਇਹ ਲੱਗਦਾ ਕਿ ਸਾਡੇ ਮੁਲਕ 'ਚ ਇਲਜ਼ਾਮਾਂ ਦੀ ਸਿਆਸਤ ਬਹੁਤ ਛੇਤੀ ਭਖਦੀ ਹੈ। ਸੁਖਬੀਰ ਬਾਦਲ ਹੁਣਾਂ ਤਾਂ ਜਦੋਂ ਇਹ ਇਲਜ਼ਾਮ ਲਾਇਆ ਉਹਨਾਂ ਨੇ, ਉਦੋਂ 1-2 ਟੈਲੀਵਿਜ਼ਨ ਚੈਨਲਾਂ ਤੇ ਲਾਈਵ ਪ੍ਰਸਾਰਣ ਚੱਲ ਰਿਹਾ ਸੀ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਦਾ। ਸੋ ਮੈਂ ਕੁਰਸੀ ਤੇ ਬੈਠਾ ਖੜਾ ਹੋ ਗਿਆ ਵੀ ਇਹ ਕੀ ਇਲਜ਼ਾਮ ਸੁਖਬੀਰ ਬਾਦਲ ਦੇ ਆ ਗਏ। ਹੁਣ ਇਲਜ਼ਾਮ ਬੜੇ ਆਸਾਨ ਹੁੰਦੇ ਨੇ, ਮੁੱਖ ਮੰਤਰੀ ਤੇ ਇਲਜ਼ਾਮ ਲਾਉਣਾ ਤੇ ਉਹਦੇ ਪਿੱਛੇ ਸਬੂਤ ਤਰਕ ਕੀ ਹੁੰਦੇ ਨੇ, ਮੈਨੂੰ ਕੁਝ ਸਮਝ ਜਾ ਨਹੀਂ ਆਇਆ। ਜੇ ਤੁਸੀਂ ਸਮਝਾ ਸਕਦੇ ਹੋ ਮਨਪ੍ਰੀਤ ਜੀ, ਕੁਝ ਸਮਝਾਉਣ ਦੀ ਕੋਸ਼ਿਸ਼ ਕਰੋ। ਇਲਜ਼ਾਮ ਲਾਉਣੇ ਬੜੇ ਆਸਾਨ ਨੇ,
ਕੀ ਇਲਜ਼ਾਮ ਲਾਉਣ ਤੋਂ ਪਹਿਲਾਂ ਵੀ ਕੋਈ ਪ੍ਰਕਿਰਿਆ ਹੁੰਦੀ ਹੈ, ਜਿਹੜੀ ਪ੍ਰਕਿਰਿਆ ਇਲਜ਼ਾਮ ਲਾਉਣ ਵਾਲੇ ਨੇ ਪੂਰੀ ਕਰਨੀ ਹੁੰਦੀ ਹੈ, ਜਾਂ ਜੀ ਕਰੇ ਤੇ ਅਸੀਂ ਇਲਜ਼ਾਮ ਲਾ ਦਈਏ ਇਹ ਮੰਨ ਕੇ ਕਿ ਦੂਸਰੇ ਵਿਅਕਤੀ ਨੇ ਉਸ ਚੀਜ਼ ਦਾ ਸੇਵਨ ਕੀਤਾ? ਕਿਹੜਾ ਪੈਰਾਮੀਟਰ ਹੈ ਕਿ ਅਸੀਂ ਦੇਖ ਕੇ ਪਛਾਣ ਜੀਏ? ਜੀ ਡੱਲਾ ਜੀ, ਦੇਖੋ, ਮੈਂ ਇਸ ਗੱਲ ਤੋਂ ਆਉਣ ਤੋਂ ਪਹਿਲਾਂ ਜਾਂ ਇਸ ਚੀਜ਼ ਨੂੰ ਬਾਅਦ ਚ ਵੀ ਲੈ ਸਕਦੇ ਹਾਂ, ਮੈਂ ਭਗਵੰਤ ਮਾਨ ਹੋਣਾ ਦੀ ਅੱਜ ਫੇਰੀ ਸੀ ਜਲੰਧਰ ਵਿਖੇ, ਔਰ ਆਪਾਂ ਨੂੰ ਜੀ ਸਾਰਿਆਂ ਨੂੰ ਪਤਾ ਕਿ ਅੱਜ ਡਾਕਟਰ ਬੀ ਆਰ ਅੰਬੇਦਕਰ ਨੇ, ਭੀਮ ਰਾਓ ਅੰਬੇਦਕਰ, ਉਹਨਾਂ ਦੀ 131ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਜੀ ਤੇ ਉਸ ਦੇ ਦਰਮਿਆਨ ਇਸ ਚੀਜ਼ ਨੂੰ ਲੈ ਕੇ ਭਗਵੰਤ ਮਾਨ ਜਲੰਧਰ ਦੇ ਵਿੱਚ ਸੀ, ਤੇ ਜਲੰਧਰ ਦੇ ਵਿੱਚ ਉਹਨਾਂ ਨੇ ਕਈ ਐਲਾਨ ਕੀਤੇ ਕਿ ਅਸੀਂ ਇੱਥੇ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ, ਬੜਾ ਕੁਝ ਉਹਨਾਂ ਨੇ ਉੱਥੇ ਗੱਲ ਕਹੀ ਹੈ। ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਦੀ ਵੀ ਜੇ ਤੁਸੀਂ ਗੱਲ ਕਰਨਾ ਚਾਹੋ ਤੇ ਆਪਾਂ ਬਾਅਦ ਚ ਕਰ ਸਕਦੇ ਹਾਂ। ਜੀ ਪਰ ਜਿਹੜਾ ਤੁਸੀਂ ਮੂਲ ਸਵਾਲ ਹੁਣ ਪੁੱਛਿਆ ਸੁਖਬੀਰ ਸਿੰਘ ਬਾਦਲ ਹੋਣਾ ਦਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਅੱਜ ਤਲਵੰਡੀ ਸਾਬੋ ਦੇ ਵਿੱਚ ਸੀ, ਉੱਥੇ ਭਾਸ਼ਣ ਦੇ ਰਹੇ ਸੀ। ਦੇਖੋ, ਭਾਸ਼ਣ ਉਹਨਾਂ ਨੇ ਸ਼ੁਰੂ ਕੀਤਾ, ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਮੈਨੂੰ ਬੜਾ ਦੁੱਖ ਆ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਆ। ਉਹ ਕਹਿੰਦੇ ਅਸੀਂ ਸੋਚਿਆ ਸੀ ਨਵੀਂ ਸਰਕਾਰ ਆ, ਇਸ ਸਰਕਾਰ ਨੂੰ ਜਨਤਾ ਦਾ ਬਹੁਤ ਵੱਡਾ ਬਹੁਮਤ ਮਿਲਿਆ, ਬਹੁਤ ਵੱਡਾ ਮੈਂਡੇਟ ਇਹ ਲੈ ਕੇ ਆਏ ਆ, ਤੇ ਅਸੀਂ ਇਹ ਸੋਚ ਰੱਖਿਆ ਸੀ, ਯਾਨੀ ਕਿ ਪਾਰਟੀ ਨੇ, ਕਿ ਅਸੀਂ ਘੱਟੋ ਘੱਟ 6 ਮਹੀਨੇ ਇਹਨਾਂ ਨੂੰ ਜ਼ਰੂਰ ਦੇਵਾਂਗੇ, ਤੇ ਜੇ ਕੋਈ ਇਹ ਸਰਕਾਰ ਕੁਤਾਹੀ ਕਰਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰਦੀ ਹੈ ਤਾਂ ਫਿਰ ਅਸੀਂ ਬੋਲਾਂਗੇ। ਉਸ ਤੋਂ ਪਹਿਲਾਂ ਅਸੀਂ ਕਿਸੇ ਤਰ੍ਹਾਂ ਦਾ ਇਲਜ਼ਾਮ ਨਹੀਂ ਲਾਉਣੇ ਜਾਂ ਕਿਸੇ ਤਰ੍ਹਾਂ ਦਾ ਇਹਦੀ ਆਲੋਚਨਾ ਨਹੀਂ ਕਰਨੀ, ਅਸੀਂ ਇਹ ਸੋਚ ਰੱਖਿਆ ਸੀ, ਕਿਉਂਕਿ ਇਹਦੇ ਨਾਲ ਇੱਕ ਮਾੜੀ ਪਿਰਤ ਪੈਂਦੀ ਹੈ। ਉਹਨਾਂ ਨੇ ਗੱਲ ਇਸ ਤਰ੍ਹਾਂ ਸ਼ੁਰੂਆਤ ਕੀਤੀ, ਪਰ ਕਹਿੰਦੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ, ਉਹ ਜਿਸ ਤਰ੍ਹਾਂ ਹੀ ਆਉਂਦੇ ਨੇ, ਉਹਨਾਂ ਨੇ ਨਾਂ ਵੀ ਲਿਆ, ਉੱਥੇ ਉਹ ਸ਼ਰਾਬ ਪੀ ਕੇ ਜਾਂਦੇ ਆ, ਇਹ ਗੱਲ ਉਹਨਾਂ ਨੇ ਕਹੀ। ਤੇ ਨਾਲ ਹੀ ਉਹਨਾਂ ਨੇ SGPC ਦੇ ਜਿਹੜੇ ਪ੍ਰੈਜ਼ੀਡੈਂਟ ਆ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਵੀ ਵਿੱਚ ਨਾਂ ਲਿਆ ਕਿ ਤੁਸੀਂ ਦੇਖੋ ਇਹ ਗੱਲ ਹੋ ਰਹੀ ਹੈ ਤੇ ਸਾਨੂੰ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਇਸ ਤਰ੍ਹਾਂ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਲਜ਼ਾਮ ਲਾਤਾ। ਤੁਹਾਡੀ ਗੱਲ ਮੈਂ ਬਿਲਕੁਲ ਤਾਕੀਦ ਕਰਦਾ ਕਿ ਕਈ ਵਾਰੀ ਇਲਜ਼ਾਮ ਲੱਗ ਜਾਂਦੇ ਨੇ ਤੇ ਕੀ ਉਸ ਦਾ ਕੋਈ ਸਬੂਤ ਹੁੰਦਾ, ਇਹ ਗੱਲ ਸਾਰੇ ਹੀ ਪੁੱਛਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਫਿਰ ਮੈਂ ਵਿਰਸਾ ਸਿੰਘ ਵਲਟੋਆ, ਉਹਨਾਂ ਨੂੰ ਸੁਣਿਆ ਇੱਕ ਟੈਲੀਵਿਜ਼ਨ ਦੇ ਉੱਤੇ, ਉਹਨਾਂ ਨੂੰ ਬੁਲਾਇਆ ਗਿਆ, ਉਹ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਸੀ, ਪਰ ਨਾਲ ਹੀ ਉਹ ਕਹਿ ਰਹੇ ਸੀ ਕਿ ਕਿਉਂ ਨਹੀਂ, ਉਹ ਜਦੋਂ ਉਹਨਾਂ ਨੇ ਟੈਲੀਵਿਜ਼ਨ ਦੇ ਐਂਕਰਸ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲੇ ਕੀ ਸਬੂਤ ਆ, ਤੁਸੀਂ ਕਿਸ ਆਧਾਰ ਤੇ ਇਹ ਇਲਜ਼ਾਮ ਲਾ ਰਹੇ ਹੋ, ਇੰਨਾ ਵੱਡਾ ਇਲਜ਼ਾਮ ਲਾ ਰਹੇ ਹੋ ਔਰ ਪੰਜਾਬ ਦੇ ਮੁੱਖ ਮੰਤਰੀ ਤੇ ਇਲਜ਼ਾਮ ਲਾ ਰਹੇ ਹੋ, ਤੇ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਜੀ, ਜਾਂ ਤਾਂ ਕਿਉਂਕਿ ਉਹ ਅੰਮ੍ਰਿਤਸਰ ਦੇ ਵਿੱਚ ਨੇ, ਅੱਜ ਭਗਵੰਤ ਮਾਨ ਹੁਣੀ ਅੰਮ੍ਰਿਤਸਰ ਵੀ ਗਏ ਆ, ਕਿਉਂਕਿ ਉੱਥੇ ਚੀਫ ਜਸਟਿਸ ਆਫ ਇੰਡੀਆ ਆਏ ਹੋਏ ਆ, NV ਰਮੰਨਾ, ਉਹਨਾਂ ਦਾ 2 ਦਿਨਾਂ ਦਾ ਦੌਰਾ ਸੀ, ਉਹ ਇੱਕ ਆਪਣੀ ਪਰਸਨਲ ਵਿਜ਼ਿਟ ਤੇ ਆਏ ਆ ਦਰਬਾਰ ਸਾਹਿਬ ਵਿਖੇ। ਫਿਰ ਉਹਨਾਂ ਨੇ ਰਿਟਰੀਟ ਸੈਰੇਮਨੀ ਵਗੈਰਾ ਦੇਖਣੀ ਸੀ, ਤੇ ਕੱਲ ਆਪਾਂ ਨੂੰ ਇਹ ਵੀ ਪਤਾ ਕਿ ਭਗਵੰਤ ਮਾਨ ਹੁਣੀ ਉਹਨਾਂ ਨੂੰ ਰਿਸੀਵ ਕਰਨ ਗਏ ਸੀ ਤੇ ਪ੍ਰੋਟੋਕਾਲ ਦੇ ਹਿਸਾਬ ਨਾਲ ਉੱਥੇ ਗਏ ਹੋਏ ਸੀ ਜੀ। ਵਿਰਸਾ ਸਿੰਘ ਵਲਟੋਆ ਕਹਿੰਦੇ ਆ ਕਿ ਉੱਥੇ ਅੰਮ੍ਰਿਤਸਰ ਚ ਨੇ ਤੇ ਉੱਥੇ ਉਹਨਾਂ ਦਾ ਮੈਡੀਕਲ ਕਰਾ ਲਿਆ ਜਾਵੇ ਜਾਂ ਮੁਲਾਜ਼ਾ ਕਰਾ ਲਿਆ ਜਾਵੇ ਤੇ ਫਿਰ ਪਤਾ ਲੱਗ ਜਾਏਗਾ। ਤੇ ਜੇ ਬਾਈ ਦਾ ਵੇ ਇਹ ਗਲਤ ਹੋ ਜਾਂਦਾ, ਜੇ ਉਹਨਾਂ ਦੇ ਕੋਈ ਇਸ ਤਰ੍ਹਾਂ ਦੇ ਅੰਸ਼ ਨਹੀਂ ਆਉਂਦੇ, ਤੇ ਫਿਰ ਅਸੀਂ ਸਾਰਾ ਅਕਾਲੀ ਦਲ ਵਿੱਚ ਅਸੀਂ ਹੱਥ ਜੋੜ ਕੇ ਮਾਫੀ ਮੰਗ ਲਾਂਗੇ, ਤੇ ਇਸ ਗੱਲ ਦੇ ਉੱਤੇ ਅਸੀਂ ਇਸ ਗੱਲ ਨੂੰ ਬਿਲਕੁਲ ਅੱਗੇ ਨਹੀਂ ਵਧਾਵਾਂਗੇ, ਤੇ ਫਿਰ ਸਾਨੂੰ ਪਤਾ ਲੱਗ ਜੂ ਕਿ ਸਾਡੀ ਗਲਤੀ ਹੈ ਤੇ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ। ਇਹ ਜਦੋਂ ਗੱਲ ਜੀ ਜੀ ਦੇਖੋ, ਕਹਿੰਦੇ ਫੇਰ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ, ਇਹਦਾ ਮਤਲਬ ਹੈ ਮੈਂ ਇੱਕ ਸਵਾਲ ਹੋਰ ਕਰਦਾ ਮਨਪ੍ਰੀਤ ਜੀ। ਜੀ ਜੀ ਜਿਹੜਾ ਵਿਅਕਤੀ ਇਲਜ਼ਾਮ ਲਾਉਂਦਾ ਹੈ, ਜਿਹੜਾ ਵਿਅਕਤੀ ਥਾਣੇ ਸ਼ਿਕਾਇਤ ਦੇ ਕੇ ਆਉਂਦਾ ਹੈ, ਪੁਲਿਸ ਪਹਿਲਾਂ ਇਹ ਤਾਂ ਵੈਰੀਫਾਈ ਕਰਦੀ ਹੈ ਵੀ ਕੀ ਉਹਦੀ ਸ਼ਿਕਾਇਤ ਸਹੀ ਹੈ ਜੀ, ਜਾਂ ਪੁਲਿਸ ਸਿੱਧਾ ਹੀ ਦੂਸਰੇ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ? ਕੀ ਪਹਿਲਾਂ ਇਸ ਵਕਤ ਲੋੜ ਨਹੀਂ ਹੈ ਕਿ ਇਹਨਾਂ ਇਲਜ਼ਾਮਾਂ ਦੀ ਹੋਈ ਜਾਂਚ ਹੋ ਜੇ ਵੀ ਕੀ ਸੱਚਮੁੱਚ ਇਹ ਇਲਜ਼ਾਮ ਸਹੀ ਨੇ? ਜਿੱਥੇ ਉਹ ਇਲਜ਼ਾਮ ਲਾਏ ਗਏ ਨੇ ਉਹ ਜਗ੍ਹਾ ਦੀ ਬਹੁਤ ਮਹੱਤਤਾ ਹੈ ਸਾਡੇ ਪੂਰੀ ਦੁਨੀਆ ਦੇ ਲਈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਦਿਨ ਬਹੁਤ ਵੱਡਾ ਸੀ, ਇਹ ਬਹੁਤ ਵੱਡੇ ਦਿਨ 'ਚ ਜਿਹੜੀ ਇਹ ਗੱਲ ਕੀਤੀ ਗਈ ਕਿ ਇਹਨਾਂ ਇਲਜ਼ਾਮਾਂ ਦੇ ਪਿੱਛੇ ਕੋਈ ਸਿਆਸਤ ਤਾਂ ਨਹੀਂ, ਸਵਾਲ ਇਹ ਖੜਾ ਹੁੰਦਾ ਮਨਪ੍ਰੀਤ ਜੀ। ਜੀ ਦੇਖੋ, ਇੱਕ ਮੁੱਖ ਮੰਤਰੀ ਨੇ ਉਹਨਾਂ ਨਾਲ ਕਿੰਨੀ ਸਿਕਿਉਰਿਟੀ ਹੈ, ਉਹਨਾਂ ਨਾਲ ਕਿੰਨੀ ਸੁਰੱਖਿਆ ਹੈ। ਹੁਣ ਮੇਰੀ ਜਾਣਕਾਰੀ 'ਚ ਨਹੀਂ ਹੈ ਕਿ ਉਹ ਸੜਕ ਤੇ ਗਏ ਨੇ, ਗੱਡੀਆਂ ਦੇ ਜ਼ਰੀਏ ਗਏ ਨੇ ਜਾਂ ਹੈਲੀਕਾਪਟਰ 'ਚ ਗਏ ਨੇ, ਕਿਉਂਕਿ ਉਹਨਾਂ ਨੇ ਸਫ਼ਰ ਬਹੁਤ ਕਰਨਾ ਸੀ। ਉਸ ਤੋਂ ਬਾਅਦ ਉਹ ਜਲੰਧਰ ਗਏ ਜਾਂ ਪਹਿਲਾਂ ਜਲੰਧਰ ਗਏ, ਫਿਰ ਉਹਨਾਂ ਨੇ ਅੰਮ੍ਰਿਤਸਰ ਵੀ ਜਾਣਾ ਹੈ। ਸੋ ਸਫ਼ਰ ਬਹੁਤ ਜ਼ਿਆਦਾ ਹੈ ਅੱਜ ਭਗਵੰਤ ਮਾਨ ਹੁੰਦਾ ਦਾ।
ਔਰ ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ 'ਚ ਮੁਲਾਜ਼ਮ ਨੇ, ਅਫਸਰ ਨੇ, ਉਹਨਾਂ ਦੇ ਨਾਲ ਲੀਡਰ ਖੜੇ ਹੋਏ ਸੀ, ਬਿਲਕੁਲ ਪੱਤਰਕਾਰ ਉਹਨਾਂ ਦੇ ਨੇੜੇ ਸੀ, ਮੈਂ ਦੇਖਿਆ। ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਹੋਰ ਵੀ ਫਿਰ ਚੱਕ ਦਿੰਦਾ? ਪ੍ਰੈਸ ਕੋਲੋਂ ਕਦੀ ਕੋਈ ਗੱਲ ਲੁਕੀ ਹੈ ਮਨਪ੍ਰੀਤ ਜੀ? ਸੁਖਬੀਰ ਬਾਦਲ ਨੇ ਜਿਹੜਾ ਇਲਜ਼ਾਮ ਲਾਇਆ, ਮੀਡੀਆ ਨੇ ਨਾਲ ਹੀ ਚੱਕ ਲਿਆ, ਅਸੀਂ ਉਹਦਾ ਕੱਪੜ ਛਾਣ ਸ਼ੁਰੂ ਕਰਤਾ ਵੀ ਇਹਦੇ ਪਿੱਛੇ ਸੱਚ ਕੀ ਹੈ। ਕਿਉਂਕਿ ਦੇਖੋ ਉਹ ਪੂਰੇ ਪੰਜਾਬ ਦੇ ਨੁਮਾਇੰਦੇ ਨੇ ਭਗਵੰਤ ਮਾਨ, ਠੀਕ ਹੈ, ਰਾਜਨੀਤਿਕ ਵਿਰੋਧ ਵੱਖਰਾ ਹੈ, ਨੀਤੀਆਂ ਦਾ ਵਿਰੋਧ ਵੱਖਰਾ ਹੈ, ਪਰ ਜਦੋਂ ਗੱਲ ਨਿੱਜੀ ਹਮਲੇ ਦੀ ਆਉਂਦੀ ਹੈ ਕਿਸੇ ਵੀ ਲੀਡਰ ਤੇ ਸਾਨੂੰ ਬਹੁਤ ਸੋਚ ਸਮਝ ਕੇ ਸਾਰਿਆਂ ਨੂੰ ਉਹਦੀ ਜ਼ਮੀਨ 'ਚ ਜਾਣਾ ਚਾਹੀਦਾ। ਹੁਣ ਜਿਹੜੀ ਉਹਨਾਂ ਨੇ ਗੱਲ, ਹਾਂਜੀ ਤੁਸੀਂ ਹੁਣ ਆਪਣੀ ਗੱਲ ਜਾਰੀ ਰੱਖੋ ਮਨਪ੍ਰੀਤ ਜੀ। ਨਹੀਂ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਕੋਈ ਵੀ ਇਲਜ਼ਾਮ ਤੁਸੀਂ ਬੜੀ ਜ਼ਿੰਮੇਵਾਰੀ ਦੇ ਨਾਲ, ਔਰ ਖਾਸ ਤੌਰ ਤੇ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਉਣੀ, ਮੈਨੂੰ ਲੱਗਦਾ ਇਸ ਗੱਲ ਨੂੰ ਵੀ ਦੇਖਣਾ ਚਾਹੀਦਾ ਕਿ ਉਹਨਾਂ ਨੇ ਕੀ ਸੋਚ ਕੇ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਆ, ਕਿਹੜੇ ਲੋਕ ਉਹ ਹੈ ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ, ਜਾਂ ਕਿਹੜੇ ਲੋਕਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਭਗਵੰਤ ਮਾਨ ਹੋਣੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਸੀ। ਮੈਂ ਥੋੜਾ ਜਿਹਾ ਇਹ ਵੀ ਦੱਸਦਾ ਕਿ ਜਦੋਂ ਵਿਰਸਾ ਸਿੰਘ ਵਲਟੋਆ ਟੀਵੀ ਤੇ ਬੋਲ ਰਹੇ ਸੀ, ਉਦੋਂ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਮੈਨ ਨੇ ਮਾਲਵਿੰਦਰ ਸਿੰਘ ਕੰਗ, ਅਕਸਰ ਉਹ ਆ ਕੇ ਬੋਲਦੇ ਆ, ਉਹ ਵੀ ਇਹਨਾਂ ਗੱਲਾਂ ਦਾ ਖੰਡਨ ਕਰ ਰਹੇ ਸੀ ਔਰ ਕਹਿ ਰਹੇ ਸੀ ਕਿ ਇਹ ਬਿਲਕੁਲ ਹੀ ਜਿਹੜੀਆਂ ਬੇਤੁਕੀਆਂ ਗੱਲਾਂ ਨੇ, ਔਰ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਤੋਂ ਭਟਕ ਕੇ ਇਸ ਤਰ੍ਹਾਂ ਦੀਆਂ ਗੱਲਾਂ ਜਾਣਬੁੱਝ ਕੇ ਕਰ ਰਿਹਾ, ਤਾਂ ਕਿ ਜਿਹੜੇ ਸਾਡੇ ਅਸਲੀ ਮੁੱਦੇ ਨੇ, ਜਿਹੜੇ ਸਾਡੇ ਭਖਦੇ ਮਸਲੇ ਨੇ ਪੰਜਾਬ ਦੇ ਨਾਲ, ਜਿਨ੍ਹਾਂ ਦਾ ਸਰੋਕਾਰ ਆ, ਉਹਨਾਂ ਮੁੱਦਿਆਂ ਤੋਂ ਭਟਕਾਇਆ ਜਾ ਸਕੇ। ਉਹਨਾਂ ਨੇ ਜਦੋਂ ਗੱਲ ਹੋ ਰਹੀ ਸੀ ਤੇ ਉਸੇ ਵਕਤ ਜਿਹੜੇ ਵਿਰਸਾ ਸਿੰਘ ਵਲਟੋਆ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਚਲੋ ਠੀਕ ਹੈ, ਮੁਲਾਜ਼ੇ ਦੀ ਗੱਲ ਜਾਂ ਮੈਡੀਕਲ ਦੀ ਗੱਲ ਨਾ ਕਰੋ, ਤੇ ਤੁਸੀਂ ਏਦਾਂ ਕਰੋ ਕਾਂਗ ਸਾਹਿਬ ਕਿ ਤੁਸੀਂ ਸਹੁੰ ਖਾ ਕੇ, ਜਾਂ ਬੱਚਿਆਂ ਦੀ, ਉਹਨਾਂ ਨੇ ਇਹ ਗੱਲ ਕਹੀ ਆ, ਔਨ ਰੈਕਰਡ ਆ ਸਾਰੀਆਂ ਗੱਲਾਂ, ਤੁਸੀਂ ਕਹਿ ਦਿਓ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੇ ਫਿਰ ਵੀ ਅਸੀਂ ਮਾਫੀ ਮੰਗ ਲਾਂਗੇ। ਉਸ ਤੇ ਵੀ ਫਿਰ ਮਾਲਵਿੰਦਰ ਕੰਗ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸਹੁੰਆਂ ਜਿਹੜੀਆਂ ਖਾਣੀਆਂ ਜਾਂ ਇਸ ਤਰ੍ਹਾਂ ਕਰਨੀਆਂ, ਇਹ ਕੋਈ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਹੋ ਜਿਹੀਆਂ ਗੱਲਾਂ ਆਪਸ ਦੇ ਵਿੱਚ ਥੋੜੀ ਬਹੁਤੀ ਤਕਰਾਰ ਹੋਈ ਹੈ, ਪਰ ਮੈਂ ਇਸ ਗੱਲ ਨਾਲ ਤੁਹਾਡੇ ਨਾਲ 100% ਇਤਫਾਕ ਰੱਖਦਾ ਕਿ ਜਦੋਂ ਤੁਸੀਂ ਇੰਨਾ ਵੱਡਾ ਇਲਜ਼ਾਮ ਲਾਉਂਦੇ ਹੋ, ਤੁਹਾਡੇ ਕੋਲ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਬੂਤ ਜਾਂ ਕਿਸੇ ਤਰ੍ਹਾਂ ਦਾ ਤੱਥ ਹੋਣੇ ਬਹੁਤ ਲਾਜ਼ਮੀ ਨੇ, ਕਿਉਂਕਿ ਤੁਸੀਂ ਪੰਜਾਬ ਦੇ ਇੱਕ ਮੁੱਖ ਮੰਤਰੀ ਤੇ ਇਲਜ਼ਾਮ ਲਾ ਰਹੇ ਹੋ। ਪਰ ਨਾਲ ਦੀ ਨਾਲ ਡੱਲਾ ਜੀ, ਇਸ ਮੁੱਦੇ ਨੂੰ ਲੈ ਕੇ ਇਹਦੀ ਪੁਰਾਣੀ ਹਿਸਟਰੀ ਹੈ, ਕਦੇ ਉਸ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਜੀ। ਤੁਸੀਂ ਕੁਝ ਕਹਿ ਰਹੇ। ਮੈਂ ਇੱਕ ਚੀਜ਼ ਦੇਖੋ, ਜਿਹੜੇ ਅੱਜ ਦੇ ਦਿਨ ਨੇ ਨਾ, ਇਹ ਬੜੇ ਮਹੱਤਵਪੂਰਨ ਦਿਨ ਨੇ। ਮੈਨੂੰ ਲੱਗਦਾ ਹੈ ਜੋ ਸਿਆਸਤ ਦਾ ਪੱਧਰ ਸਾਡੇ ਮੁਲਕ 'ਚ ਬਣ ਗਿਆ, ਮੈਨੂੰ ਲੱਗਦਾ ਜਿਵੇਂ ਤੁਸੀਂ ਦੇਖੋ, ਅਗਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾਣਾ ਹੈ ਤੇ ਕਹਿੰਦੇ ਕੋਵਿਡ ਦਾ ਟੈਸਟ ਹੁੰਦਾ ਹੈ, ਤੇ ਜਦੋਂ ਤੁਸੀਂ ਐਡੀਆਂ ਵੱਡੀਆਂ ਥਾਵਾਂ ਤੇ ਜਾਣਾ ਹੈ, ਮੈਨੂੰ ਲੱਗਦਾ ਹੈ ਜੋ ਹਾਲਾਤ ਬਣ ਗਏ ਸਾਡੇ ਮੁਲਕ 'ਚ, ਕਿਤੇ ਇਹ ਚੀਜ਼ ਦੇਖੋ, ਇਹਦਾ ਹੱਲ ਇੱਕੋ ਹੀ ਆ ਫਿਰ, ਕਿਉਂਕਿ ਜਾਂ ਤਾਂ ਤੁਸੀਂ ਇਲਜ਼ਾਮ ਲਾਓਗੇ, ਜਾਂ ਤੁਸੀਂ ਇਲਜ਼ਾਮ ਲਾਉਣ ਤੋਂ ਪਹਿਲਾਂ ਹੀ ਇੱਕ ਬੰਦੋਬਸਤ ਕਰੋਗੇ, ਇੱਕ ਪ੍ਰਕਿਰਿਆ ਬਣਾਓਗੇ। ਕੀ ਸਾਨੂੰ ਅਜਿਹੀ ਪ੍ਰਕਿਰਿਆ ਦੀ ਲੋੜ ਬਣ ਗਈ ਵੀ ਅਸੀਂ ਜਦੋਂ ਐਡਾਂ ਦੀਆਂ ਵੱਡੀਆਂ ਥਾਵਾਂ ਤੇ ਜਾਣਾ ਹੈ ਤੇ ਉਸ ਤੋਂ ਪਹਿਲਾਂ ਸਾਰਿਆਂ ਦੇ ਡੋਪ ਟੈਸਟ ਲਾਜ਼ਮੀ ਹੋਣ, ਫਿਰ ਭਾਵੇਂ ਕੋਈ ਪ੍ਰਬੰਧਕ ਹੈ ਤੇ ਭਾਵੇਂ ਕੋਈ ਮਹਿਮਾਨ ਹੈ ਤੇ ਭਾਵੇਂ ਕੋਈ ਆਮ ਬੰਦਾ ਹੈ? ਦੇਖੋ, ਨਹੀਂ ਤਾਂ ਤੁਸੀਂ ਕਿਸੇ ਵਿਅਕਤੀ ਨੂੰ ਦੇਖ ਕੇ ਕਿਵੇਂ ਤੈਅ ਕਰੋਗੇ? ਸੋ ਸਵਾਲ ਮੇਰਾ ਕੰਸਰਨ ਇਹ ਹੈ, ਦੇਖੋ, ਅਗਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਜਾਣਾ ਹੈ ਤੇ ਕੋਵਿਡ ਦੇ ਟੈਸਟ ਦੀ ਰਿਪੋਰਟ ਲੈ ਕੇ ਜਾਣੀ ਪੈਂਦੀ ਹੈ, ਤੇ ਜਦੋਂ ਫਿਰ ਐਡੇ ਵੱਡੇ ਸਾਡੀਆਂ ਐਡੀਆਂ ਪਵਿੱਤਰ ਥਾਵਾਂ ਨੇ, ਕਿੰਨੇ ਸਾਡੇ ਵੱਡੇ ਅਦਾਰੇ ਨੇ, ਉਹਨਾਂ ਦੇ ਲਈ ਵੀ ਫਿਰ ਕੋਈ ਪ੍ਰੋਟੋਕਾਲ ਬਣ ਜਾਣਾ ਚਾਹੀਦਾ, ਤਾਂ ਕਿ ਘੱਟੋ ਘੱਟ ਅਗਰ ਇਲਜ਼ਾਮ ਲੱਗਦੇ ਨੇ ਤੇ ਫਿਰ ਉਹਨਾਂ ਦਾ ਆਧਾਰ ਹੋਵੇ। ਮਨਪ੍ਰੀਤ ਜੀ, ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਵਿਸ਼ਾ ਬਹੁਤ ਗੰਭੀਰ ਵਿਸ਼ਾ ਹੈ, ਬਹੁਤ ਗੰਭੀਰ ਵਿਸ਼ਾ। ਮੈਂ ਇਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ, ਬੜਾ ਸੈਂਸਿਟਿਵ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ, ਕਿਉਂਕਿ ਹਜੇ ਤੱਕ ਸਾਡੇ ਕੋਲ ਜਿਹੜੀਆਂ ਗੱਲਾਂ ਪਹੁੰਚ ਰਹੀਆਂ ਨੇ, ਸੂਚਨਾਵਾਂ ਪਹੁੰਚ ਰਹੀਆਂ ਨੇ, ਉਹ ਸਿਰਫ ਇੱਕ ਬਿਆਨਾਂ ਦੇ ਜ਼ਰੀਏ ਪਹੁੰਚ ਰਹੀਆਂ। ਇਹਦਾ ਕੋਈ ਕਿਸੇ ਦਾ ਜਿਹੜੇ ਆਧਾਰ ਨਹੀਂ ਹੁੰਦੇ ਜਾਂ ਤੱਥ ਨਹੀਂ ਹੁੰਦੇ, ਇਹ ਵੀ ਸਾਨੂੰ ਪਤਾ। ਔਰ ਇਸ ਚੀਜ਼ ਨੂੰ ਸਾਬਿਤ ਕਰਨਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਸੀਨੀਅਰ ਲੀਡਰ ਨੇ, ਚਾਹੇ ਸੁਖਬੀਰ ਸਿੰਘ ਬਾਦਲ ਆ, ਉਹਨਾਂ ਲਈ ਬੜਾ ਮੁਸ਼ਕਲ ਹੋ ਜਾਏਗਾ। ਹਾਂ, ਠੀਕ ਹੈ, ਉਹ ਕੋਈ ਵੀਡੀਓ ਦਿਖਾ ਕੇ ਜਾਂ ਕੁਛ ਤਰ੍ਹਾਂ ਦੀ ਗੱਲਾਂ ਕਰਕੇ ਤਾਂ ਉਹ ਗੱਲਾਂ ਕਹਿ ਸਕਦੇ ਆ, ਪਰ ਉਹਦਾ ਜਿਹੜਾ ਪੁਖਤਾ ਆਧਾਰ ਬਣਾਉਣਾ ਉਹਨਾਂ ਲਈ ਵੀ ਬੜਾ ਮੁਸ਼ਕਲ ਹੋ ਜਾਏਗਾ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ, ਮੈਂ ਇੱਕ ਚੀਜ਼ ਸੁਭਾਵਿਕ ਤੌਰ ਤੇ ਨੋਟ ਕੀਤੀ ਹੈ ਮਨਪ੍ਰੀਤ ਜੀ, ਕਈ ਦਿਨਾਂ ਤੋਂ ਅਸੀਂ ਕਈ ਵਾਰੀ ਜ਼ਿਕਰ ਕੀਤਾ ਹੈ, ਭਗਵੰਤ ਮਾਨ ਜੀ ਕਾਫੀ ਥੱਕੇ, ਕਾਫੀ ਉਦਾਸ ਨਜ਼ਰ ਆਉਂਦੇ ਨੇ। ਤੁਸੀਂ ਦੇਖੋ, ਉਹ ਵੀ ਲਗਾਤਾਰ ਭੱਜੇ ਫਿਰਦੇ ਨੇ। ਤੁਸੀਂ ਦੇਖੋ, ਕੱਲ ਅੰਮ੍ਰਿਤਸਰ ਸੀਗੇ, ਅੰਮ੍ਰਿਤਸਰ ਸੀ, ਫਿਰ ਚੰਡੀਗੜ੍ਹ ਗਏ ਹੋਣੇ ਨੇ,
ਹਰ ਵਿਅਕਤੀ ਨੂੰ ਅਗਰ ਉਹਦੀ ਨੀਂਦ ਨਾ ਪੂਰੀ ਹੋਵੇ ਤੇ ਉਹਦੀ ਸ਼ਕਲ ਬਦਲ ਜਾਂਦੀ ਹੈ। ਜੀ ਨੀਂਦ ਨਾ ਪੂਰੀ ਹੋਵੇ, ਫਿਜ਼ੀਕਲ ਡਿਪਰੈਸ਼ਨ ਹੈ, ਥਕਾਵਟ ਹੈ, ਤੇ ਅਸੀਂ ਕਿਸੇ ਵਿਅਕਤੀ ਦੀ ਦਿੱਖ ਨੂੰ ਦੇਖ ਕੇ, ਉਹਦੇ ਸਰੀਰ ਨੂੰ ਦੇਖ ਕੇ ਅਸੀਂ ਇਹ ਅੰਦਾਜ਼ੇ ਲਾ ਲਈਏ ਵੀ ਇਹ ਇਸ ਤਰ੍ਹਾਂ ਹੋ ਸਕਦਾ। ਮੈਨੂੰ ਲੱਗਦਾ ਕਿ ਇਹਦੇ ਲਈ ਸਾਨੂੰ ਦੇਖੋ, ਸਾਨੂੰ ਸਾਡੀ ਪੋਲਿਟਿਕਸ 'ਚ ਰਿਫਾਰਮਸ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਇਹਦੇ ਉੱਪਰ ਵੀ ਇੱਕ ਰਿਫਾਰਮਸ ਆਉਣੇ ਚਾਹੀਦੇ ਨੇ। ਵੇਲਾ ਆ ਗਿਆ ਕਿ ਸਾਡੀ ਵਿਧਾਨ ਸਭਾ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਕੋਈ ਨਾ ਕੋਈ ਕਾਨੂੰਨ ਆਵੇ ਕਿ ਕੋਈ ਜਾਂ ਫਿਰ ਭਾਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਭਾਵੇਂ ਦੁਨੀਆ ਦੇ ਕੋਈ ਵੱਡੇ ਤੋਂ ਵੱਡੇ ਮਹਿਮਾਨ ਸਾਡੇ ਮੁਲਕ 'ਚ ਆ ਰਹੇ ਨੇ, ਜਦੋਂ ਸਾਡੇ ਇਸ ਤਰ੍ਹਾਂ ਦੇ ਵੱਡੇ ਇਕੱਠ ਹੋਣਗੇ ਤੇ ਜ਼ਰੂਰ ਇੱਕ ਪ੍ਰੋਟੋਕਾਲ ਉਹਦੇ ਲਈ ਬਣਾਇਆ ਜਾਵੇ। ਕੋਈ ਹੋਵੇ ਫਿਰ ਉਹਦੇ 'ਚ ਭਾਵੇਂ ਮੈਂ ਆ, ਭਾਵੇਂ ਮਨਪ੍ਰੀਤ ਜੀ ਤੁਸੀਂ ਹੋ, ਤੇ ਭਾਵੇਂ ਕੋਈ ਹੈ, ਫਿਰ ਉਹਦੇ ਤੇ ਤੁਸੀਂ ਇਹ ਨਹੀਂ ਕਿੰਤੂ ਪਰੰਤੂ ਕਰ ਸਕਦੇ ਕਿ ਅਸੀਂ ਨਹੀਂ ਟੈਸਟ ਕਰਾਉਣਾ। ਦੇਖੋ, ਫਿਰ ਸਾਰਿਆਂ ਨੂੰ ਹੀ ਉਹਦੇ ਟੈਸਟ ਚੋਂ ਨਿਕਲਣ ਦਾ ਦੌਰ ਬਣਾਉਣਾ ਚਾਹੀਦਾ ਕਿ ਸਾਰਿਆਂ ਦਾ ਹੀ ਡੋਪ ਟੈਸਟ ਹੋਵੇ, ਤਾਂ ਕਿ ਫਿਰ ਅਜਿਹੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ। ਕਿਉਂਕਿ ਇਹ ਮਸਲਾ ਇਹੋ ਜਿਹਾ ਪੈ ਗਿਆ, ਇਹ ਸੁਖਬੀਰ ਬਾਦਲ ਨੇ ਬਿਆਨ ਦਿੱਤਾ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਹੁਣ ਇਹ ਰੱਬ ਜਾਣਦਾ, ਪਰ ਅਕਾਲੀ ਦਲ ਦੇ ਪ੍ਰਧਾਨ ਨੇ ਬਿਆਨ ਦਿੱਤਾ ਔਰ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਨੇ ਵੀ ਗੰਭੀਰਤਾ ਦੇ ਨਾਲ ਲਿਆ ਔਰ ਆਉਂਦੇ ਦਿਨਾਂ 'ਚ ਇਹਦੇ ਤੇ ਸਿਆਸਤ ਵੀ ਹੋਣੀ ਹੈ ਔਰ ਆਉਂਦੇ ਦਿਨਾਂ 'ਚ ਇਹਦੇ ਤੇ ਸਿਆਸੀ ਮੁੱਦਾ ਬਣ ਗਿਆ। ਮਨਪ੍ਰੀਤ ਜੀ, ਮੈਨੂੰ ਲੱਗਦਾ ਹੁਣ ਇਹਦੇ ਤੇ ਭਗਵੰਤ ਮਾਨ ਹੋਣਾ ਨੂੰ ਵੀ, ਉਹ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਬਿਆਨ ਜ਼ਰੂਰ ਦੇਣਗੇ। ਜੀ ਹੋ ਸਕਦਾ ਜੀ। ਇਹ ਜਿਸ ਤਰ੍ਹਾਂ ਤੁਸੀਂ ਬੜਾ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਤੇ ਇਹਨੂੰ ਬੜਾ ਤੁਸੀਂ ਤਫਸੀਲ ਨਾਲ ਸਾਰਾ ਕੁਝ ਦੱਸਤਾ। ਹੁਣ ਦੇਖਦੇ ਹਾਂ ਕਿ ਉਧਰੋਂ ਕੀ ਬਿਆਨ ਆਉਂਦੇ ਆ। ਹਾਲਾਂਕਿ ਐਕਸਪਲੇਨੇਸ਼ਨ ਤਾਂ ਉਹਨਾਂ ਦੀ ਪਾਰਟੀ ਦੇ ਸਪੋਕਸਪਰਸਨ ਵੱਲੋਂ ਆਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਲੈ ਕੇ ਇਸ ਮੁੱਦੇ ਨੂੰ ਕਿੰਨਾ ਕੁ ਅੱਗੇ ਵੱਧਦਾ, ਜਾਂ ਇਹ ਮੁੱਦਾ ਅੱਜ ਦੀ ਤਰੀਕ 'ਚ ਹੀ ਖਤਮ ਹੋ ਜਾਊਗਾ। ਪਰ ਲੱਗਦਾ ਨਹੀਂ, ਜਿਸ ਤਰ੍ਹਾਂ ਦੀ ਸਿਆਸਤ ਸਾਡੇ ਮੁਲਕ ਦੇ ਵਿੱਚ ਚੱਲ ਰਹੀ ਹੈ ਜਾਂ ਪੰਜਾਬ ਚੱਲ ਰਹੀ ਹੈ, ਇੱਕ ਦੂਸਰੇ ਤੇ ਉੱਤੇ ਦੂਸ਼ਣਬਾਜ਼ੀ ਕਰਨੀ, ਦੋਸ਼ ਲਾਉਣੇ, ਉਹ ਚੱਲੀ ਜਾਣੇ ਆ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਿਸ ਤਰ੍ਹਾਂ ਚੱਲਦਾ। ਪਰ ਮੈਨੂੰ ਲੱਗਦਾ ਡੱਲਾ ਜੀ, ਸਾਨੂੰ ਭਗਵੰਤ ਮਾਨ ਉਹਨਾਂ ਨੇ ਜਿਹੜੇ ਐਲਾਨ ਕੀਤੇ ਆ ਤੇ ਇੱਕ ਕਾਫੀ ਦੇਰ ਬਾਅਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ, ਉਸ ਨੂੰ ਲੈ ਕੇ ਵੀ ਸਾਨੂੰ ਇੱਕ ਗੱਲ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜੀ ਬਿਲਕੁਲ, ਮੈਂ ਚਾਹੂੰਗਾ ਕਿ ਉਹ ਪ੍ਰੈਸ ਕਾਨਫਰੰਸ ਭਗਵੰਤ ਮਾਨ ਉਹਨਾਂ ਨੇ ਕਈ ਜਵਾਬ ਦਿੱਤੇ। ਉਹਨਾਂ ਨੇ ਸਪੋਰਟਸ ਅਕੈਡਮੀ ਦੀ ਗੱਲ ਵੀ ਕੀਤੀ, 16 ਨੂੰ ਖੁਸ਼ਖਬਰੀ ਦੀ ਗੱਲ ਵੀ ਕੀਤੀ ਔਰ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਫਸਰ ਮੈਂ ਹੀ ਭੇਜੇ ਸੀ ਦਿੱਲੀ। ਉਹਨਾਂ ਨੇ ਕਲੈਰਿਟੀ ਦਿੱਤੀ, ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਮੀਟਿੰਗ ਦੀ ਗੱਲ ਹੈ ਔਰ ਉਹ ਕਹਿੰਦੇ ਪੁਰਾਣੇ ਸਮਿਆਂ 'ਚ ਵੀ ਜਾਂਦੇ ਰਹੇ ਨੇ ਤੇ ਜਿੱਥੇ ਲੋੜ ਹੋਊ ਉੱਥੇ ਵੀ ਭੇਜਾਂਗੇ। ਇਹ ਪ੍ਰੈਸ ਕਾਨਫਰੰਸ ਨੂੰ ਤੁਸੀਂ ਕਿਵੇਂ ਇਹਦਾ ਐਨਾਲਿਸਿਸ ਕਰੋਗੇ? ਦੇਖੋ, ਮੈਨੂੰ ਅੱਜ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਲੱਗੀ ਉੱਥੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਉਹਦੇ 'ਚ ਕੌਨਫੀਡੈਂਸ ਦੀ ਬਹੁਤ ਘਾਟ ਲੱਗੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਪ੍ਰੈਸ ਨੂੰ, ਕਿਉਂਕਿ ਬੜੀ ਦੇਰ ਬਾਅਦ ਮੈਂ ਉਹਨਾਂ ਨੂੰ ਪ੍ਰੈਸ ਦੇ ਨਾਲ ਇੰਟਰੈਕਸ਼ਨ ਕਰਦੇ ਹੋਏ ਦੇਖ ਰਿਹਾ ਸੀ। ਪਹਿਲਾਂ ਉਹਨਾਂ ਨੇ ਐਲਾਨ ਕੀਤੇ ਸਟੇਜ ਤੋਂ ਖੜੇ ਹੋ ਕੇ, ਉਹਨਾਂ ਨੇ ਕਿਹਾ ਕਿ ਜਲੰਧਰ ਨੂੰ ਜਿਸ ਤਰ੍ਹਾਂ ਇੱਕ ਸਪੋਰਟਸ ਯੂਨੀਵਰਸਿਟੀ ਦੇਵਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਯੂਕੇ ਦੇ ਕੁਝ ਬੰਦੇ ਨੇ, ਯੂਨਾਈਟਿਡ ਕਿੰਗਡਮ ਦੇ, ਜਿਹੜੇ ਉਹਨਾਂ ਦੇ ਨਾਲ ਇਨ ਟੱਚ ਨੇ, ਤੇ ਉਹਨਾਂ ਨੇ ਕਿਹਾ ਕਿ ਅਸੀਂ ਬੜੀਆਂ ਯੂਨੀਵਰਸਿਟੀਜ਼ ਬਣਾਈਆਂ ਨੇ ਜਾਂ ਬੜੇ ਇਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਖੜੇ ਕੀਤੇ ਆ, ਤੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਤੇ ਇੱਥੇ ਦੌਰਾ ਕਰਾਵਾਂਗੇ ਤੇ ਫਿਰ ਇੱਥੇ ਵਧੀਆ ਜਿਹੜੇ ਆ ਉਹ ਸਪੋਰਟਸ ਦੀ ਜਿਸ ਤਰ੍ਹਾਂ ਯੂਨੀਵਰਸਿਟੀ ਆ ਉਹਦੀ ਗੱਲ ਕਰਦੇ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਜਲੰਧਰ ਦੇ ਫੁੱਟਬਾਲ ਜਾਂ ਜਲੰਧਰ ਜਿਹੜੇ ਬੈਟਸ ਆ ਉਹ ਇੰਟਰਨੈਸ਼ਨਲ ਜਿਹੜੇ ਐਰੀਨਾ ਦੇ ਵਿੱਚ ਧੁੰਮਾਂ ਮਚਾ ਸਕਦੇ ਆ, ਤੇ ਫਿਰ ਇੱਥੇ ਯੂਨੀਵਰਸਿਟੀ ਕਿਉਂ ਨਹੀਂ ਬਣਾ ਸਕਦੇ। ਇਹ ਸਾਰੀਆਂ ਗੱਲਾਂ ਦਾ ਐਲਾਨ ਕਰਕੇ ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ। ਜਦੋਂ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਤੇ ਕਈ ਤਰ੍ਹਾਂ ਦੇ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਅੰਮ੍ਰਿਤਸਰ ਗਏ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਤੇ ਆਪਾਂ ਨੂੰ ਇਹ ਵੀ ਪਤਾ ਕਿ 103ਵਾਂ ਵਰ੍ਹਾ ਜਦੋਂ ਸਨ 1919 ਦੇ ਵਿੱਚ 13 ਅਪ੍ਰੈਲ ਨੂੰ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਜੋ ਸਾਕਾ ਹੋਇਆ ਸੀ, ਜਿਸ ਤਰ੍ਹਾਂ ਦਾ ਉੱਥੇ 13 ਅਪ੍ਰੈਲ 1919 ਨੂੰ ਜੋ ਵੀ ਉੱਥੇ ਜੈਨੋਸਾਈਡ ਹੀ ਕਵਾਂਗੇ ਆਪਾਂ ਨੂੰ ਹੋਇਆ ਸੀ, ਤੇ ਤੁਸੀਂ ਉੱਥੇ ਕਿਉਂ ਨਹੀਂ ਗਏ? ਉਹ ਕਹਿੰਦੇ ਕਿ ਇਹ ਕੋਈ ਸਵਾਲ ਆ। ਮੈਂ ਸੁਣ ਕੇ ਬੜਾ ਹੈਰਾਨ ਹੋਇਆ ਉਹਨਾਂ ਦਾ ਇਹ ਰਿਐਕਸ਼ਨ। ਕਹਿੰਦੇ ਇਹ ਕੋਈ ਸਵਾਲ ਨਹੀਂ, ਮੈਂ ਕਿੱਥੇ ਜਾਣਾ, ਮੈਂ ਗਿਆ ਸੀ, ਮੈਂ ਹੋ ਸਕਦਾ ਫੇਰ ਕਿਸੇ ਦਿਨ ਚਲੇ ਜਾਵਾਂ, ਮੈਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਾਣਾ। ਯਾਨੀ ਕਿ ਉਹਨਾਂ ਕੋਲੇ ਕੋਈ ਬਹੁਤ ਵਧੀਆ ਐਕਸਪਲੇਨੇਸ਼ਨ ਨਹੀਂ ਸੀ, ਸਪਸ਼ਟੀਕਰਨ ਨਹੀਂ ਸੀ। ਦੂਸਰਾ, ਜਿਵੇਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਸਾਧੂ ਸਿੰਘ ਧਰਮਸੋਤ ਜਿਹੜੇ ਸਾਬਕਾ ਮੰਤਰੀ ਨੇ, ਜਿਨ੍ਹਾਂ ਤੇ ਸਕਾਲਰਸ਼ਿਪ ਨੂੰ ਲੈ ਕੇ ਬੜੇ ਇਲਜ਼ਾਮ ਨੇ, ਕਿ ਤੁਸੀਂ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕਰੋਗੇ? ਉਹ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਉਹ ਕੋਈ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਉਣ
ਜਿੱਥੇ ਉਹ ਆਪਣੇ ਲਈ ਵਧੀਆ ਸੈੱਲ ਦੀ ਮੰਗ ਕਰ ਰਹੇ ਹੋਣ। ਇੱਕ ਤਰ੍ਹਾਂ ਦਾ ਤੰਜ ਸੀ, ਯਾਨੀ ਕਿ ਕਿਸੇ ਵੀ ਸਵਾਲ ਦਾ ਉਹ ਜਿਹੜਾ ਜਵਾਬ ਸੀ ਉਹ ਮੈਨੂੰ ਸਿੱਧਾ ਦਿੰਦੇ ਹੋਏ ਦਿਖਾਈ ਨਹੀਂ ਸੀ ਦੇ ਰਹੇ। ਤੀਸਰਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਤੁਸੀਂ ਅਫਸਰ ਭੇਜੇ ਸੀ। ਤੁਸੀਂ ਅਫਸਰ ਕਿਸ ਤਰ੍ਹਾਂ ਭੇਜਤੇ? ਉਹ ਕਹਿੰਦੇ ਜੀ ਮੈਂ ਭੇਜੇ ਸੀ, ਮੇਰੀ ਮਰਜ਼ੀ ਨਾਲ ਗਏ ਆ, ਤੇ ਜਿੱਥੋਂ ਵੀ ਸਾਨੂੰ ਕੋਈ ਸਿੱਖਣ ਦੀ ਲੋੜ ਪਈ, ਲੜਾ ਜੀ ਇਹ ਗੱਲ ਕਹੀ, ਤੇ ਅਸੀਂ ਉੱਥੇ ਜ਼ਰੂਰ ਭੇਜਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਦਿੱਲੀ ਨਹੀਂ, ਅਸੀਂ ਤਾਂ ਗੁਜਰਾਤ ਵੀ ਭੇਜਾਂਗੇ, ਅਸੀਂ ਵੈਸਟ ਬੰਗਾਲ ਵੀ ਭੇਜਾਂਗੇ, ਅਸੀਂ ਬਾਹਰ ਵੀ ਭੇਜਾਂਗੇ, ਇਜ਼ਰਾਈਲ ਤੱਕ ਵੀ ਗੱਲ ਕਹੀ। ਤੇ ਫਿਰ ਡੱਲਾ ਜੀ ਸਵਾਲ ਇਹ ਖੜਾ ਹੁੰਦਾ ਕਿ ਜੇ ਸਿੱਖਣ ਦੀ ਤੁਸੀਂ ਆਪਣੇ ਅਫਸਰਾਂ ਨੂੰ ਭੇਜਦੇ ਹੋ, ਅਫਸਰ ਤਾਂ ਬਹੁਤ ਦੇਰ ਤੋਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਬਹੁਤ ਦੇਰ ਦੇ ਪ੍ਰਸ਼ਾਸਨ ਦੇ ਵਿੱਚ ਆ, ਤੇ ਜੇ ਸਿੱਖਣ ਦੀ ਕਿਸੇ ਨੂੰ ਲੋੜ ਆ ਤਾਂ ਫਿਰ ਤੁਸੀਂ ਉਸ ਮੀਟਿੰਗ 'ਚ ਕਿਉਂ ਨਹੀਂ ਸੀ? ਤੁਹਾਡੇ ਕੋਲ ਤਾਂ ਪ੍ਰਸ਼ਾਸਨਿਕ ਘਾਟ ਆ, ਤੁਹਾਡੇ ਕੋਲ ਤਾਂ ਇਨਐਕਸਪੀਰੀਅੰਸ ਆ। ਜਾਂ ਜੇ ਮੁੱਦੇ ਬਿਜਲੀ ਦੀ ਗੱਲ ਹੋ ਰਹੀ ਆ, ਕਿਉਂਕਿ ਉੱਥੇ ਪਾਵਰ ਸੈਕਟਰੀ ਸੀ ਤੇ ਨਾਲ ਹੀ ਉਹਨਾਂ ਦੇ PSPCL ਦੇ ਚੇਅਰਮੈਨ ਸੀ, ਤੇ ਫਿਰ ਪੰਜਾਬ ਦੇ ਜਿਹੜੇ ਪਾਵਰ ਮਿਨਿਸਟਰ ਨੇ ਹਰਭਜਨ ਸਿੰਘ, ਉਹ ਉੱਥੇ ਕਿਉਂ ਨਹੀਂ ਸੀ? ਕਿ ਉਹਨਾਂ ਨੂੰ ਸਿੱਖਣ ਦੀ ਲੋੜ ਨਹੀਂ ਹੈ? ਇਹਨਾਂ ਸਾਰਿਆਂ ਨੂੰ ਸਿੱਖਣ ਦੀ ਲੋੜ ਆ। ਸੋ ਮੈਨੂੰ ਲੱਗਦਾ ਉਹਨਾਂ ਕੋਲੇ ਇਹ ਚੀਜ਼ ਦਾ ਕੋਈ ਪੁਖਤਾ ਜਵਾਬ ਨਹੀਂ ਸੀ, ਸਿਰਫ ਇਸ ਕਰਕੇ ਕਿਉਂਕਿ ਚਾਹੁੰਦੇ ਸੀ ਕਿ ਮੈਨੂੰ ਪ੍ਰੈਸ ਇਸ ਤਰ੍ਹਾਂ ਦੇ ਸਵਾਲ ਨਾ ਕਰੇ, ਤਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਿਆ ਜਾਵੇ, ਫਿਰ ਉਹਨਾਂ ਨੂੰ ਇੱਕ ਕੁਝ ਅਖਬਾਰਾਂ ਦੀ ਖਬਰਾਂ ਸੀ ਕਿ ਤੁਸੀਂ ਲਗਜ਼ਰੀ ਕਾਰਸ ਲੈਣ ਜਾ ਰਹੇ ਹੋ, ਉਹਨਾਂ ਤੇ ਵੀ ਸਵਾਲ ਪੁੱਛਿਆ ਗਿਆ। ਉਹ ਕਹਿੰਦੇ ਨਹੀਂ ਜੀ ਮੈਂ ਫੋਰਚੂਨਰ ਨਹੀਂ ਲਊਂਗਾ। ਪ੍ਰਗਟ ਸਿੰਘ ਦਾ ਨਾਮ ਲੈ ਕੇ ਕਿਸੇ ਨੇ ਸਵਾਲ ਪੁੱਛਿਆ ਸੀ, ਉਸ ਦਾ ਵੀ ਉਹਨਾਂ ਨੇ ਬਿਲਕੁਲ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਕਿਸੇ ਵੀ ਗੱਲ ਦਾ ਮੈਂ ਦੇਖਿਆ ਉਹਨਾਂ ਨੂੰ ਉਹ ਸਿੱਧਾ ਜਵਾਬ ਨਹੀਂ ਸੀ ਦੇ ਰਹੇ, ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੌਨਫੀਡੈਂਸ ਦੀ ਬੜੀ ਘਾਟ ਲੱਗ ਰਹੀ ਸੀ। ਇੱਕ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜੇ ਸਪਸ਼ਟ ਤੌਰ ਤੇ ਇੱਕ ਜਵਾਬ ਦਿੰਦਾ। ਜੀ ਡੱਲਾ ਜੀ। ਬਿਲਕੁਲ, ਕਿਉਂਕਿ ਚੁਣੌਤੀਆਂ 'ਚ ਤਾਂ ਘਿਰੇ ਹੋਏ ਨੇ, ਪੋਲੀਟੀਕਲ ਚੁਣੌਤੀਆਂ 'ਚ ਘਿਰੇ ਹੋਏ ਨੇ ਭਗਵੰਤ ਮਾਨ। ਦੇਖੋ 2-3 ਦਿਨ ਪਹਿਲਾਂ ਉਹਨਾਂ ਨੇ ਪੋਸਟ ਪਾ ਕੇ ਸਮਾਂ ਮੰਗਿਆ। ਮੈਂ ਇਹ ਮਹਿਸੂਸ ਕਰਦਾ ਕਿ ਉਹਨਾਂ ਦੇ ਉੱਤੇ ਜ਼ਰੂਰ ਦਬਾਅ ਹੈ। ਵਾਅਦੇ ਬੜੇ ਵੱਡੇ ਕੀਤੇ ਆਮ ਆਦਮੀ ਪਾਰਟੀ ਨੇ। ਕੇਜਰੀਵਾਲ ਸਾਹਿਬ ਨੇ ਜਿਹੜੀ ਅਫਸਰਾਂ ਦੀ ਮੀਟਿੰਗ ਕੀਤੀ, ਭਾਵੇਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਭੇਜੇ ਸੀ, ਪਰ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਹੋਣਾ ਕਿ ਅਗਰ ਮੈਂ ਉਸ ਮੀਟਿੰਗ 'ਚ ਹੁੰਦਾ ਤੇ ਸ਼ਾਇਦ ਸਿਆਸੀ ਸਵਾਲ ਨਾ ਖੜੇ ਹੁੰਦੇ। ਔਰ ਹਰਪਾਲ ਚੀਮਾ ਨੇ ਵੀ ਅੱਜ ਸਪਸ਼ਟ ਕਰਤਾ ਕਿ ਨਾ ਸਾਡੇ ਕੋਲੇ ਕੋਈ ਪ੍ਰਪੋਜ਼ਲ ਆਇਆ ਹੈ ਨਵੀਆਂ ਗੱਡੀਆਂ ਲੈਣ ਦਾ। ਨਵੀਆਂ ਗੱਡੀਆਂ ਦੀ ਗੱਲ ਹੋ ਰਹੀ ਸੀ, ਮੈਂ ਦੇਖ ਰਿਹਾ ਸੀ, ਇਹ ਮੀਡੀਆ 'ਚ ਵੀ ਗੱਲ ਚੱਲ ਰਹੀ ਹੈ। ਭਗਵੰਤ ਮਾਨ ਨੇ ਵੀ ਨਕਾਰਤਾ। ਇਹ ਵੀ ਕਿਹਾ ਭਗਵੰਤ ਮਾਨ ਨੇ ਕਿ ਅਸੀਂ ਜਿਹੜੇ ਲੀਡਰ ਦਾ ਨਾਂ ਲੈ ਕੇ ਪੱਤਰਕਾਰ ਨੇ ਸਵਾਲ ਪੁੱਛਿਆ ਸੀ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਉਹਨਾਂ ਦੀਆਂ ਵੀ ਮੰਗਾ ਲੈਣੀਆਂ ਨੇ। ਸੋ ਇਸ ਤਰੀਕੇ ਦੀ ਗੱਲ ਵੀ ਜਿਹੜੀ ਭਗਵੰਤ ਮਾਨ ਉਹਨਾਂ ਨੇ ਕੀਤੀ। ਸੋ ਜ਼ਰੂਰ ਇੱਕ ਮੈਂ ਹੋਰ ਗੱਲ ਮਹਿਸੂਸ ਕਰਦਾ ਰੰਧਾਵਾ ਜੀ, ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਾਇਦ ਦੂਜੀ ਜਾਂ ਤੀਜੀ ਵਾਰ ਹੈ ਜਦੋਂ ਭਗਵੰਤ ਮਾਨ ਪੱਤਰਕਾਰਾਂ ਨੂੰ ਸਿੱਧੇ ਰੂਬਰੂ ਹੋ ਰਹੇ ਨੇ, ਸੰਬੋਧਨ ਹੋ ਰਹੇ ਨੇ। ਕਿਉਂਕਿ ਇਹ ਵੀ ਸਵਾਲ ਉੱਠ ਰਹੇ ਸੀ ਪਿਛਲੇ ਦਿਨਾਂ 'ਚ ਕਿ ਭਗਵੰਤ ਮਾਨ ਸਾਹਿਬ ਹੁਣ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ, ਪੱਤਰਕਾਰਾਂ ਦੇ ਨਾਲ ਸਿੱਧੇ ਰੂਬਰੂ ਨਹੀਂ ਹੋ ਰਹੇ। ਸੋ ਕਈ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲੀਆਂ ਨੇ। ਸੋ ਸਿਆਸਤ ਦੇ ਵਿੱਚ ਨਵੇਂ ਮੁੱਦੇ, ਨਵੀਆਂ ਚੀਜ਼ਾਂ ਹਰ ਰੋਜ਼ ਸਾਨੂੰ ਦਿਖ ਰਹੀਆਂ ਨੇ। ਪਰ ਚੁਣੌਤੀਆਂ ਭਗਵੰਤ ਮਾਨ ਉਹਨਾਂ ਦੀਆਂ ਵੀ, ਆਮ ਆਦਮੀ ਪਾਰਟੀ ਦੀਆਂ ਵੀ ਉਸੇ ਤਰ੍ਹਾਂ ਬਰਕਰਾਰ ਹੈ। ਚੁਣੌਤੀਆਂ ਦੇ ਨਾਲ ਨਾ ਪੰਜਾਬ ਸਮਝੌਤਾ ਕਰ ਸਕਦਾ ਹੈ, ਨਾ ਆਮ ਆਦਮੀ ਪਾਰਟੀ ਨੂੰ ਸਮਝੌਤਾ ਵਿਰੋਧੀ ਧਿਰਾਂ ਨੇ ਕਰਨ ਦੇਣਾ। ਸਰਕਾਰ ਦਾ ਪੱਖ ਕੀ ਆਉਂਦਾ ਉਹਦੇ ਤੇ ਵੀ ਗੱਲ ਕਰਾਂਗੇ। ਕੋਈ ਵੀ ਧਿਰ, ਭਾਵੇਂ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਕਾਂਗਰਸ ਹੈ, ਕੋਈ ਵੀ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ, ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਖੁੱਲਾ ਸਵਾਗਤ ਹੈ। ਅਸੀਂ ਨਿਰਪੱਖਤਾ ਦੇ ਨਾਲ ਸਾਰਿਆਂ ਦੀ ਗੱਲ ਹੈ ਜਿਹੜੀ ਉਹ ਰੱਖ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।